ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਦੇਸੀ ਝਰੋਖੇ ਦੇ ਵਿੱਚ ਅਸੀਂ ਆਪ ਜੀ ਨੂੰ ਗੱਤਕੇ ਦੇ ਨਾਲ ਜੋੜਨ ਵਾਲੀਆਂ ਗੱਲਾਂ ਜਾਂ ਗੱਤਕੇ ਸੰਬੰਧੀ ਬਹੁਤ ਕੀਮਤੀ ਜਾਣਕਾਰੀ ਹਰ ਵੇਲੇ ਆਪ ਜੀ ਨੂੰ ਲੈ ਕੇ ਆਉਂਦੇ ਆਪ ਜੀ ਵਾਸਤੇ। ਅੱਜ ਸਾਡੇ ਨਾਲ ਭਾਈ ਮਨਜੀਤ ਸਿੰਘ ਜੀ ਗੱਤਕਾ ਮਾਸਟਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਜਿਨ੍ਹਾਂ ਨੇ ਆਪਣੀਆਂ ਕਿਤਾਬਾਂ ਵੀ ਲਿਖੀਆਂ ਨੇ, ਸ਼ਸਤਰਨਾਮਾ ਪਹਿਲਾ ਵੀ ਔਰ ਦੂਸਰੀ ਕਿਤਾਬ ਵੀ ਸ਼ਸਤਰਨਾਮਾ ਦਾ ਕੱਢਿਆ ਸੀ, ਔਰ ਉਹਨਾਂ ਨੂੰ ਬਹੁਤ ਹੀ ਸਾਰੀ ਜਾਣਕਾਰੀ ਪ੍ਰਾਪਤ ਹੈ। ਉਹਨਾਂ ਕੋਲੋਂ ਬੜੀ ਕੀਮਤੀ ਜਾਣਕਾਰੀ ਪ੍ਰਾਪਤ ਕਰਾਂਗੇ। ਔਰ ਦੂਸਰੇ ਮੇਰੇ ਵੀਰ ਜੀ ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਤੋਂ ਨੇ, ਤੇ ਉਹ ਵੀਰ ਜੀ ਹੁਣੀ ਵੀ ਬੜੇ ਵੱਡੇ ਵਿਦਵਾਨ ਨੇ, ਉਹਨਾਂ ਨਾਲ ਵੀ ਗੱਲਾਂ ਸਾਂਝੀਆਂ ਕਰਾਂਗੇ। ਸੋ ਆਓ ਆਪਾਂ ਵੀਰ ਜੀ ਹੁਣਾਂ ਨਾਲ ਗੱਲ ਕਰਦੇ ਹਾਂ। ਵੀਰ ਜੀ, ਜਿਸ ਤਰ੍ਹਾਂ ਕਿ ਮੈਂ ਹੁਣੇ ਦੱਸਿਆ ਹੈਗਾ ਕਿ ਅਸੀਂ ਸ਼ਸਤਰ ਵਿੱਦਿਆ ਨਾਲ ਸੰਬੰਧਿਤ ਆਪਣੇ ਵਿਰਾਸਤੀ ਖੇਡ ਗੱਤਕੇ ਬਾਰੇ ਜਾਣਕਾਰੀ ਦੇ ਰਹੇ ਹਾਂ ਲੋਕਾਂ ਨੂੰ। ਕਈ ਲੋਕ ਨੇ ਜਿਨ੍ਹਾਂ ਨੂੰ ਹਜੇ ਨਹੀਂ ਪਤਾ, ਤੇ ਅਸੀਂ ਚਾਹਾਂਗੇ ਕਿ ਤੁਸੀਂ ਜਿਹੜੇ ਆਪਣੇ ਐਕਸਪੀਰੀਅੰਸ ਹੈਗਾ, ਤੁਹਾਡੇ ਕੋਲ ਜਿੰਨੀ ਨੌਲੇਜ ਹੈਗੀ ਹੈ, ਸਾਨੂੰ ਪਤਾ ਹੈ ਕਿ ਤੁਸੀਂ ਬਹੁਤ ਮਾਹਰ ਹੋ ਇਸ ਚੀਜ਼ ਦੇ ਵਿੱਚ, ਆਪ ਜੀ ਆਪਣੀਆਂ ਗੱਲਾਂ ਸਾਂਝੀਆਂ ਕਰਿਓ। ਪਹਿਲਾ ਮੇਰਾ ਸਵਾਲ ਹੋਏਗਾ ਵੀਰ ਜੀ ਭਾਈ ਮਨਜੀਤ ਸਿੰਘ ਜੀ ਉਹਨਾਂ ਨੂੰ, ਆਪ ਜੀ ਨੂੰ, ਕਿ ਗੱਤਕੇ ਦੀ ਸ਼ੁਰੂਆਤ ਕਿਵੇਂ ਹੋਈ? ਗੱਤਕਾ ਇੱਕ ਸਿੰਗਲ ਸੋਟੀ ਨੂੰ ਕਿਹਾ ਜਾਂਦਾ ਸਿੱਖ ਇਤਿਹਾਸ ਦੇ ਵਿੱਚ। ਬਾਕੀ ਸਾਰੀ ਸ਼ਸਤਰ ਵਿੱਦਿਆ ਕਿਹਾ ਜਾਂਦਾ, ਸਿੱਖ ਸ਼ਸਤਰ ਵਿੱਦਿਆ ਨਾਂ ਨਾਲ ਜਾਣਿਆ ਜਾਂਦਾ। ਸਾਰੀ ਸਿੱਖ ਸ਼ਸਤਰ ਵਿੱਦਿਆ ਗੱਤਕਾ ਨਹੀਂ ਹੈ। ਅਸੀਂ ਭੁਲੇਖੇ ਵੱਸ ਸ਼ਾਰਟ ਫਾਰਮ ਨੇਮ ਦੇ ਵਿੱਚ ਅਸੀਂ ਉਹਨੂੰ ਗੱਤਕਾ ਕਹਿ ਦਿੰਦੇ ਹਾਂ। ਸਿੱਖ ਸ਼ਸਤਰ ਵਿੱਦਿਆ ਦੀ ਸ਼ੁਰੂਆਤ ਅਸੀਂ ਗੁਰੂ ਨਾਨਕ ਸਾਹਿਬ ਜੀ ਤੋਂ ਸ਼ੁਰੂ ਕਰਦੇ ਹਾਂ ਜੀ। ਗੁਰੂ ਨਾਨਕ ਸਾਹਿਬ ਜੀ ਜੋ ਪਹਿਲੀ ਉਦਾਸੀ ਜਾਂਦੇ ਹੈ, ਉਦੋਂ ਬੀਬੀ ਨਾਨਕੇ ਗੁਰੂ ਨਾਨਕ ਸਾਹਿਬ ਜੀ ਆਪਣੇ ਭਰਾ ਨੂੰ ਇੱਕ 9 ਫੁੱਟ ਦਾ ਬਰਛਾ ਦਿੰਦੇ, ਜੋ ਪੰਜਾਬ ਦੀ ਰਵਾਇਤ ਸੀ ਵੀ 9 ਫੁੱਟ ਦਾ ਨਿੱਜਾ ਰੱਖਣਾ ਹਰ ਘਰ ਦੇ ਵਿੱਚ। ਉਹ ਗੁਰੂ ਸਾਹਿਬ ਨੇ ਬੰਗਲਾਦੇਸ਼ ਦੇ ਕੋਲ ਪਿੰਡ ਧੰਨਪੁਰ 'ਚ ਉੱਥੋਂ ਦੇ ਚੌਧਰੀ ਨੂੰ ਦਿੱਤਾ, ਜਿੱਥੇ ਗੁਰਦੁਆਰਾ ਬਣਿਆ ਬਰਛਾ ਸਾਹਿਬ। ਇਹ ਸਿੱਖ ਇਤਿਹਾਸ ਦਾ ਬਹੁਤ ਵੱਡਾ ਹਿੱਸਾ ਹੈ। ਉਸ ਤੋਂ ਬਾਅਦ ਭਾਈ ਗੁਰਦਾਸ ਜੀ ਆਸਾ ਹੱਥ ਦੀ ਗੱਲ ਕਰਦੇ ਨੇ, ਆਸਾ ਡਾਂਗ ਨੂੰ ਕਿਹਾ ਗਿਆ ਹੈ। ਇਸ ਤੋਂ ਇਲਾਵਾ ਅਸੀਂ ਜੋ ਪਟਨਾ ਸਾਹਿਬ ਦਰਸ਼ਨ ਕਰਨ ਜਾਂਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਨਮ ਭੂਮੀ 'ਤੇ, ਉੱਥੇ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਤੇਗਾ, ਇੱਕ ਦਮਾਲਿਆ ਚੱਕਰ, ਇੱਕ ਚਮਟਾ ਵੀ ਪਿਆ ਵਾ। ਹੁਣ ਅਸੀਂ ਚੱਕਰ ਦੀ ਗੱਲ ਕਰੀਏ, ਅਸੀਂ ਚੱਕਰ 10ਵੇਂ ਪਾਤਸ਼ਾਹ ਦੀ ਗੱਲ ਕੀਤੀ। 10ਵੇਂ ਪਾਤਸ਼ਾਹ ਨੇ ਦੇ ਸਮੇਂ ਦੇ ਸਾਡੇ ਕੌਮ ਕੋਲ ਆਇਆ, ਪਰ ਗੁਰੂ ਨਾਨਕ ਸਾਹਿਬ ਦਾ ਚੱਕਰ ਦਮਾਲੇ ਵਾਲਾ ਪਟਨਾ ਸਾਹਿਬ ਧਰਤੀ 'ਤੇ ਪਿਆ, ਉਹ ਇੱਕ ਤਖ਼ਤ ਸਾਹਿਬ ਦੇ ਅੰਦਰ ਪਿਆ। ਇਸ ਤੋਂ ਇਲਾਵਾ ਮੁਲਤਾਨ ਦੇ ਸੁਲਤਾਨ ਨੇ ਪੱਥਰ ਦਾ ਗੁਰਜ ਗੁਰੂ ਨਾਨਕ ਸਾਹਿਬ ਨੂੰ ਭੇਟ ਕੀਤਾ, ਜਿਹੜਾ ਇਸ ਸਮੇਂ ਬਹਾਵਲਪੁਰ 'ਚ ਪਾਕਿਸਤਾਨ 'ਚ ਕਿਸੇ ਮੁਸਲਮਾਨ ਫੈਮਿਲੀ ਕੋਲ ਪਿਆ। ਜਿਹੜੀ ਖੋਜ ਦਾ ਵਿਸ਼ਾ ਸਾਡਾ ਮੀਰੀ ਪੀਰੀ ਦੀ ਗੱਲ ਕਰਦੇ ਹਾਂ ਅਸੀਂ, ਪੀਰੀ ਦੀ ਕਿਰਪਾਨ ਕਿਹਾ ਜਾਂਦਾ। ਖੋਜ ਦਾ ਵਿਸ਼ਾ ਸਾਡੀ ਦਾ ਪੀਰੀ ਦੀ ਕਿਰਪਾਨ ਕਿਹਾ ਜਾਂਦਾ। ਗੁਰੂ ਨਾਨਕ ਸਾਹਿਬ ਨੇ ਸਰੋਹੀ ਪਿੰਡ ਦੀ ਬਣੀ ਹੋਈ ਕਿਰਪਾਨ ਗੁਰੂ ਅੰਗਦ ਸਾਹਿਬ ਨੂੰ ਭੇਟਾ ਕੀਤੀ, ਜਿਹੜੀ ਪੀੜ੍ਹੀ ਦਰ ਪੀੜ੍ਹੀ ਗੁਰਗੱਦੀ ਦੇਣ ਸਮੇਂ ਅਗਲੇ ਗੁਰੂ ਸਾਹਿਬ ਕੋਲ ਜਾਂਦੀ ਰਹੀ। ਅਤੇ 6ਵੇਂ ਪਾਤਸ਼ਾਹ ਨੂੰ ਉਹ ਪੀਰੀ ਦੀ ਕਿਰਪਾਨ ਬਾਬਾ ਬੁੱਢਾ ਸਾਹਿਬ ਜੀ ਨੇ ਨਾਲ ਮੀਰੀ ਦੀ ਕਿਰਪਾਨ ਦੇ ਨਾਲ ਪਵਾਈ ਜੀ। ਕਿਉਂਕਿ ਬੜੇ ਲੋਕਾਂ ਦੇ ਸ਼ੰਕੇ ਰਹਿੰਦੇ ਨੇ ਕਿ ਸ਼ਾਇਦ ਗੱਤਕਾ ਜਿਹੜਾ ਸਾਡਾ ਹੈਗਾ 6ਵੀਂ ਪਾਤਸ਼ਾਹ ਤੋਂ ਸ਼ੁਰੂ ਹੋਇਆ। ਸੋ ਅੱਜ ਵੀਰ ਜੀ ਉਹਨਾਂ ਨੇ ਸਾਨੂੰ ਬੜੀ ਕੀਮਤੀ ਜਾਣਕਾਰੀ ਦਿੱਤੀ। ਭਾਈ ਰਣਜੀਤ ਸਿੰਘ ਜੀ, ਵੀਰ ਜੀ ਆਪ ਜੀ ਦਾ ਇੱਕ ਸਵਾਲ ਹੈ ਜੀ ਕਿ ਸ਼ਸਤਰ ਵਿੱਦਿਆ ਦੀ ਅਜੋਕੇ ਸਮੇਂ ਅਤੇ ਪੁਰਾਤਨ ਸਮੇਂ ਵਿੱਚ ਕਿਉਂ ਜ਼ਰੂਰਤ ਪਈ? ਵੀਰ ਜੀ ਥੋੜ੍ਹਾ ਜਿਹਾ ਵਿਚਾਰ ਸਾਂਝੀ ਕਰੋ ਸਾਡੀ ਇਸ ਦੇ ਨਾਲ। ਦੇਖੋ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਾਂ ਸਾਡੇ ਬਾਕੀ ਗੁਰੂ ਸਾਹਿਬਾਨਾਂ ਨੇ ਜਿੰਨੀਆਂ ਵੀ ਜੰਗਾਂ ਲੜੀਆਂ, ਉਹ ਕੋਈ ਜਰ ਵਾਸਤੇ, ਜੋਰੂ ਵਾਸਤੇ ਜਾਂ ਜ਼ਮੀਨ ਦੇ ਲਈ ਨਹੀਂ। ਉਹਨਾਂ ਨੇ ਜ਼ਬਰ ਜ਼ੁਲਮ ਦੇ ਖਿਲਾਫ ਜਿਹੜੀਆਂ ਜੰਗਾਂ ਆ ਉਹ ਲੜੀਆਂ। ਜਦੋਂ ਆਪਾਂ ਸੰਸਾਰ ਦਾ ਜਿਹੜਾ ਇਤਿਹਾਸ ਆ ਉਹ ਦੇਖਦੇ ਹਾਂ ਤਾਂ ਸੰਸਾਰ ਦੇ ਵਿੱਚ ਅਨੇਕਾਂ ਹੀ ਇਹੋ ਜਿਹੇ ਮਨੁੱਖ ਹੋਏ ਆ ਜਿਹੜੇ ਕਾਤਲ ਵੀ ਸਨ, ਡਕੈਤ ਵੀ ਸਨ ਅਤੇ ਦੁਰਾਚਾਰੀ ਵੀ ਸਨ। ਪਰ ਅੱਜ ਤੱਕ ਸੰਸਾਰ 'ਤੇ ਕੋਈ ਇਹੋ ਜਿਹਾ ਮਨੁੱਖ ਨਹੀਂ ਹੋਇਆ ਜਿਹੜਾ ਭਗਤ ਵੀ ਹੋਵੇ, ਦਾਨੀ ਵੀ ਹੋਵੇ ਅਤੇ ਸੂਰਮਾ ਵੀ ਹੋਵੇ। ਇਹ ਸੰਸਾਰ ਦੇ ਵਿੱਚ ਇੱਕ ਬੜੀ ਵੱਡੀ ਇੱਕ ਸਪੇਸ ਸੀ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿਹੜਾ ਪੂਰੇ ਆਇਆ ਉਹ ਕਰ ਦਿੱਤਾ। ਅਤੇ ਜਦੋਂ ਸਿੱਖ ਧਰਮ ਦੀ ਜਦੋਂ ਸਥਾਪਨਾ ਹੋਈ, ਜਿਉਂ-ਜਿਉਂ ਸਿੱਖ ਧਰਮ ਦਾ ਜਦੋਂ ਵਿਕਾਸ ਹੁੰਦਾ ਗਿਆ, ਜਿਵੇਂ ਭਾਈ ਮਨਜੀਤ ਸਿੰਘ ਜੀ ਹੋਣਾ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੀ ਗੱਲ ਕੀਤੀ ਹੈ। ਜੇਕਰ ਉਸ ਸਮੇਂ ਤੋਂ ਅਗਲਾ ਇਤਿਹਾਸ ਵੀ ਦੇਖੀਏ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ, ਉਹਨਾਂ ਨੇ ਵੀ ਜਿਹੜੇ ਮੱਲ ਅਖਾੜੇ ਆ ਅਖਡੂਰ ਸਾਹਿਬ ਵਿੱਚ ਸਥਾਪਿਤ ਕੀਤੇ ਸੀ। ਹਾਂਜੀ, ਅਤੇ ਹੋਰ ਵੀ ਜਿਹੜੀਆਂ ਉਸ ਸਮੇਂ ਦੀਆਂ ਸਮਾਜ ਵਿੱਚ ਕੁਰੀਤੀਆਂ ਸਨ, ਉਹਨੂੰ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਨੇ ਜਿਹੜਾ ਖਤਮ ਆ ਉਹ ਕੀਤਾ। ਗੁਰੂ ਰਾਮਦਾਸ ਜੀ ਦਾ ਸਮਾਂ ਆਇਆ, ਸਿੱਖਾਂ ਨੂੰ ਆਰਥਿਕ ਤੌਰ 'ਤੇ ਜਿਹੜਾ ਮਜ਼ਬੂਤ ਕਰਨ ਦੇ ਵਾਸਤੇ ਸ੍ਰੀ ਅੰਮ੍ਰਿਤਸਰ ਸ਼ਹਿਰ ਵਸਾਇਆ ਗਿਆ। ਉੱਥੇ ਜਿਹੜੇ 52 ਕਿੱਤੇ ਆ ਉਹ ਉੱਥੇ ਜਿਹੜੇ ਵਪਾਰੀ ਆ ਉਹ ਲਿਆਂਦੇ ਗਏ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਜਦੋਂ ਸ਼ਹਾਦਤ ਹੁੰਦੀ ਏ, ਉਸ ਤੋਂ ਬਾਅਦ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹ ਜਿੱਥੇ ਆਪ ਮੀਰੀ ਪੀਰੀ ਦੀਆਂ 2
ਕਿਰਪਾਨਾਂ ਧਾਰਨ ਕਰਦੇ ਆ। ਜਿਵੇਂ ਪੀਰੀ ਦੀ ਕਿਰਪਾਨ ਤਾਂ ਪਹਿਲਾਂ ਵੀ ਚੱਲੀ ਆਉਂਦੀ ਸੀ, ਫਿਰ ਮੀਰੀ ਦੀ ਕਿਰਪਾਨ ਸਤਿਗੁਰਾਂ ਨੇ ਨਾਲ ਜਿਹੜੀ ਧਾਰਨ ਆ ਉਹ ਕੀਤੀ। ਸਾਡੇ ਸਤਿਗੁਰਾਂ ਨੇ ਜ਼ਬਰ ਜ਼ੁਲਮ ਦੇ ਖਿਲਾਫ ਜਿਹੜੀਆਂ ਜੰਗਾਂ ਆ ਉਹ ਕੀਤੀਆਂ। 10ਵੇਂ ਪਾਤਸ਼ਾਹ ਜੀ ਨੇ 14 ਜੰਗਾਂ ਕੀਤੀਆਂ, 6ਵੇਂ ਪਾਤਸ਼ਾਹ ਜੀ ਨੇ 4 ਜੰਗਾਂ ਕੀਤੀਆਂ। ਤੇ ਉਸ ਸਮੇਂ ਦੇ ਜਿਹੜੇ ਹਾਲਾਤ ਸੀ, ਭਾਰਤੀ ਜਿਹੜੀ ਮਾਨਸਿਕਤਾ ਸੀ ਇਹਨਾਂ ਲੋਕਾਂ ਦੀ, ਸੋ ਉਹਨਾਂ ਦੇ ਹਾਲਾਤ ਇਹ ਬਣ ਚੁੱਕੇ ਸੀ ਕਿ ਉਹਨਾਂ ਦੇ ਵਿੱਚ ਇਹ ਗੱਲਾਂ ਪ੍ਰਚਲਿਤ ਹੋ ਚੁੱਕੀਆਂ ਸੀ ਕਿ ਕਾਮ ਹਮਾਰਾ ਤੋਲਨ ਤਕੜੀ, ਨੰਗੀ ਕਰਦ ਕਬੂ ਨਾ ਪਕੜੀ, ਚਿੜੀ ਉੜੇ ਤੋਂ ਹਮ ਡਰ ਜਾਏ, ਮੁਗਲੋਂ ਸੇ ਕੈਸੇ ਲੜ ਪਾਏ। ਗੁਰੂ ਸਾਹਿਬ ਜੀ ਨੇ ਇਹਨਾਂ ਭਾਰਤੀ ਲੋਕਾਂ ਨੂੰ ਗੁਲਾਮੀਅਤ ਭਰੀ ਜ਼ਿੰਦਗੀ ਦੇ ਵਿੱਚੋਂ ਕੱਢਣ ਦੇ ਵਾਸਤੇ, ਨਰਕ ਭਰੀ ਜ਼ਿੰਦਗੀ ਦੇ ਵਿੱਚ ਕੱਢਣ, ਇੱਕ ਜਿਹੜੀ ਨਵੀਂ ਕ੍ਰਾਂਤੀ ਆ ਉਹ ਲਿਆਂਦੀ। ਜਿੱਥੇ ਸਿੱਖ ਧਰਮ ਦੀ ਸਥਾਪਨਾ ਹੋਈ, ਨਿਰਮਲ ਪੰਥ ਤੋਂ ਖਾਲਸਾ ਪੰਥ ਦਾ ਜਿਹੜਾ ਆ ਉਹ ਸੰਪੂਰਨਤਾ ਕਰਦਾ ਆ, ਉੱਥੇ ਗੁਰੂ ਸਾਹਿਬ ਜੀ ਨੇ ਸਾਨੂੰ ਸ਼ਸਤਰ ਵਿਦਿਆ ਦੀ ਜਿਹੜੀ ਦਾਤ ਆ ਉਹ ਵੀ ਬਖਸ਼ਿਸ਼ ਕੀਤੀ। ਤੇ ਇਸ ਸ਼ਸਤਰ ਵਿਦਿਆ ਦੇ ਨਾਲ ਹੀ ਜਿਹੜਾ ਜ਼ਬਰ ਜ਼ੁਲਮ ਦਾ ਜਿਹੜਾ ਖਾਤਮਾ ਆ ਉਹ ਹੁੰਦਾ। ਇਸੇ ਸ਼ਸਤਰਾਂ ਦੇ ਨਾਲ ਹੀ 18ਵੀਂ ਸਦੀ ਦੇ ਵਿੱਚ ਜਿਹੜੇ ਸਿੰਘ ਆ ਉਹ ਖਾਲਸਾ ਰਾਜ ਜਿਹੜਾ ਸਥਾਪਿਤ ਆ ਉਹ ਕਰਦੇ ਆ। ਮੁਗਲਾਂ ਦੇ ਕੋਲੋਂ ਹਿੰਦੂਆਂ ਦੀਆਂ ਜਿਹੜੀਆਂ ਬਹੁ ਬੇਟੀਆਂ ਆ ਉਹ ਬਚਾਈਆਂ ਜਾਂਦੀਆਂ। ਸੋ ਬੜਾ ਲੰਬਾ ਆ ਇਹ ਜਿਹੜਾ ਸਿੱਖ ਇਤਿਹਾਸ ਆ। ਸੋ ਜ਼ਬਰ ਜ਼ੁਲਮ ਦੇ ਖਾਤਮੇ ਦੇ ਲਈ ਇਹ ਜਿਹੜਾ ਸ਼ਸਤਰਧਾਰੀ ਹੋਣਾ ਆ ਉਹ ਸਿੱਖਾਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਸੀ। ਸੋ ਇਸ ਕਰਕੇ ਗੁਰੂ ਸਾਹਿਬ ਜੀ ਨੇ ਜਿੱਥੇ ਸਾਨੂੰ ਬਾਣੀ ਬਾਣੇ ਦਾ ਸਿਧਾਂਤ ਬਖਸ਼ਿਸ਼ ਕੀਤਾ, ਸੰਗਤ ਪੰਗਤ ਦਾ ਸਿਧਾਂਤ ਬਖਸ਼ਿਸ਼ ਕੀਤਾ, ਸੰਤ ਸਿਪਾਹੀ ਦਾ ਸਿਧਾਂਤ ਬਖਸ਼ਿਸ਼ ਕੀਤਾ, ਇਸੇ ਤਰ੍ਹਾਂ ਸ਼ਸਤਰ ਸ਼ਾਸਤਰ ਦਾ ਜਿਹੜਾ ਸਿਧਾਂਤ ਆ ਉਹ ਵੀ ਜਿਹੜਾ ਬਖਸ਼ਿਸ਼ ਆ ਉਹ ਕੀਤਾ। ਸਿੱਖ ਅਤੇ ਸ਼ਸਤਰ ਦਾ ਜਿਹੜਾ ਰਿਸ਼ਤਾ ਆ ਇਹ ਬਹੁਤ ਜ਼ਿਆਦਾ ਗੂੜਾ ਆ। ਤੇ ਸ਼ਸਤਰਾਂ ਤੋਂ ਬਿਨਾਂ ਜਿਹੜਾ ਸਿੱਖ ਆ ਉਹ ਵੀ ਅਧੂਰਾ, ਕਿਉਂਕਿ ਇੱਥੇ ਸੰਤ ਸਿਪਾਹੀ ਦਾ ਜਿਹੜਾ ਵਿਧਾਨ ਆ ਉਹ ਗੁਰੂ ਸਾਹਿਬ ਜੀ ਨੇ ਸਾਨੂੰ ਜਿਹੜਾ ਬਖਸ਼ਿਸ਼ ਆ ਉਹ ਕਰ ਦਿੱਤਾ ਆ। ਸਿੱਖ ਜਿੱਥੇ ਸੰਤ ਆ ਉੱਥੇ ਸਿਪਾਹੀ ਵੀ ਆ। ਜਿੱਥੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੁਰੂ ਕੀ ਬਾਣੀ ਪੜ੍ਹਨੀ ਆ, ਉੱਥੇ ਸਿੱਖ ਦੇ ਲਈ ਸ਼ਸਤਰਧਾਰੀ ਹੋਣਾ ਵੀ ਜਿਹੜਾ ਆ ਉਹ ਬਹੁਤ ਜ਼ਰੂਰੀ ਆ। ਇਸੇ ਕਰਕੇ 5 ਕਕਾਰਾਂ ਦੇ ਵਿੱਚ ਜਿਹੜੀ ਕਿਰਪਾਨ ਆ ਗੁਰੂ ਸਾਹਿਬ ਜੀ ਨੇ ਉਹ ਵੀ ਸ਼ਾਮਿਲ ਕੀਤੀ ਹੈ। ਭਾਈ ਮਨਜੀਤ ਸਿੰਘ ਜੀ, ਮੇਰਾ ਅਗਲਾ ਸਵਾਲ ਆਪ ਜੀ ਨੂੰ ਆ ਕਿ ਸਿੱਖ ਇਤਿਹਾਸਕਾਰਾਂ ਦੇ ਵਿੱਚ ਸ਼ਸਤਰ ਕਿੰਨੇ ਤਰ੍ਹਾਂ ਦੇ ਮਿਲਦੇ ਹਨ, ਆਪਾਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਵਰਤਿਆ ਜਾਂਦਾ ਹੈ? ਸ਼ਸਤਰਾਂ ਦੀ ਜੇਕਰ ਗਿਣਤੀ ਦੀ ਗੱਲ ਕਰੀਏ ਤਾਂ ਬੇਅੰਤ ਤਰ੍ਹਾਂ ਸ਼ਸਤਰ ਇਤਿਹਾਸ ਦੇ ਵਿੱਚ ਮਿਲਦੇ ਨੇ। ਪੁਰਾਤਨ ਇਤਿਹਾਸ 'ਚ ਵੀ ਮਿਲਦੇ ਨੇ, ਅਜੋਕੇ ਇਤਿਹਾਸ 'ਚ ਵੀ ਮਿਲਦੇ ਨੇ। ਪਰ ਸਿੱਖ ਇਤਿਹਾਸਕਾਰਾਂ ਨੇ ਸ਼ਸਤਰਾਂ ਨੂੰ 4 ਹਿੱਸਿਆਂ 'ਚ ਵੰਡਿਆ: ਮੁਕਤ, ਅਮੁਕਤ, ਮੁਕਤ ਅਤੇ ਜੰਤਰ ਮੁਕਤ। ਇੱਕ ਸ਼ਸਤਰ ਜਿਹੜੇ ਹੱਥੋਂ ਫੜ ਕੇ ਚਲਾਏ ਜਾਂਦੇ ਹੈ, ਇੱਕ ਸ਼ਸਤਰ ਜਿਹੜੇ ਹੱਥੋਂ ਛੱਡ ਕੇ ਚਲਾਏ ਜਾਂਦੇ ਹੈ, ਇੱਕ ਸ਼ਸਤਰ ਜਿਹੜੇ ਹੱਥੋਂ ਹੀ ਫੜ ਕੇ ਤੇ ਹੱਥੋਂ ਛੱਡ ਕੇ ਦੋਨੇ ਤਰ੍ਹਾਂ ਚਲਾਏ ਜਾਂਦੇ ਨੇ। ਇੱਕ ਉਹਦੇ ਜੰਤਰ ਮੁਕਤ ਸ਼ਸਤਰ ਜਿਹੜੇ ਕਲਾ ਦੁਆਰਾ ਚਲਾਏ ਜਾਂਦੇ ਆ, ਜਿਵੇਂ ਬੰਦੂਕ ਹੋ ਗਈ, ਤੀਰ ਕਮਾਨ ਹੋ ਗਿਆ। ਸ਼ਸਤਰਾਂ ਨੂੰ 4 ਭਾਗਾਂ 'ਚ ਵੰਡਿਆ ਗਿਆ ਜੀ। ਤੇ ਇਸ ਤਰ੍ਹਾਂ ਆਪਾਂ ਸਿੱਖ ਇਤਿਹਾਸ ਦੀ ਗੱਲ ਕਰੀਏ, ਸ਼ਸਤਰਾਂ ਸਾਡੇ ਬੇਅੰਤ ਸ਼ਸਤਰ ਨੇ। ਕਿਰਪਾਨਾਂ ਨੇ, ਨਾਗਣੀਆਂ ਨੇ, ਢਾਲਾਂ ਨੇ, ਕਟਾਰਾਂ ਨੇ, ਬਰਛੇ ਨੇ, ਖੰਜਰ ਨੇ, ਚੱਕਰ ਨੇ, ਕਈ ਤਰ੍ਹਾਂ ਸ਼ਸਤਰ ਸਿੱਖ ਵਰਤਦਾ ਆਇਆ। ਅਤੇ ਪ੍ਰਾਂਤ ਯੁੱਧਾਂ ਇਹਨਾਂ ਪੂਰਾ ਜ਼ਿਕਰ ਮਿਲਦਾ ਅਤੇ ਅੱਜ ਵੀ ਅਖਾੜਿਆਂ 'ਚ ਉਹ ਸ਼ਸਤਰ ਵਰਤੇ ਜਾਂਦੇ ਨੇ। ਜਿਹੜਾ ਤੁਸੀਂ ਚੱਕਰ ਦੀ ਗੱਲ ਕੀਤੀ ਹੈ, ਦਮਾਲੇ ਦੇ ਚੱਕਰ ਬਾਰੇ, ਇਹ ਥੋੜ੍ਹਾ ਜਿਹਾ ਇਤਿਹਾਸ ਬਾਰੇ ਸਾਨੂੰ ਵੀ ਇਹ ਤੋਂ ਜਾਣਕਾਰ ਕਰਵਾਓ। ਦਮਾਲਿਆ ਚੱਕਰ ਪ੍ਰਾਂਤਨ ਸਿੱਖ ਸਾਰੇ ਅਕਾਲੀ ਸਨ। ਅਕਾਲੀਆਂ ਬਸ ਸਾਰੇ ਅਕਾਲ ਨੂੰ ਮੰਨਣ ਵਾਲੇ, ਬਾਣੀ ਬਾਣੇ ਦੇ ਧਾਰਨੀ ਸਨ। ਸਾਡੇ ਤਾਂ ਅਜੋਕੇ ਸਮੇਂ ਵਾਂਗ ਹੁਣ ਦੇ ਜਿਹੜੇ ਵਸਤਰ ਪਾਉਂਦੇ ਆ ਉਸ ਤਰ੍ਹਾਂ ਨਹੀਂ ਸਨ। ਸਾਰਾ ਪੰਥ ਹੀ ਅਕਾਲੀ ਸੀ। ਸਾਰੇ ਪੰਥ ਹੀ ਬਾਣਾ ਪਾਉਂਦਾ ਸੀ, ਸਜਾਉਂਦਾ ਸੀ, ਦਮਾਲੇ ਸਜਾਉਂਦੇ ਸੀ, ਚੱਕਰ ਸਜਾਉਂਦੇ ਸੀ, ਤੋੜੇ ਲਾਉਂਦੇ ਸੀ। ਚੱਕਰ ਦੀ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ, ਪਟਨਾ ਸਾਹਿਬ ਜਾਂਦੇ, ਉੱਥੇ ਗੁਰੂ ਨਾਨਕ ਸਾਹਿਬ ਦਾ ਚੱਕਰ ਦਮਾਲੇ ਦਾ ਪਿਆ। ਉਹ ਚੱਕਰ ਅਸੀਂ ਜਦੋਂ ਫਸਟ ਵਰਲਡ ਵਾਰ ਹੋਈ ਹੈ, ਸੈਕੰਡ ਵਰਲਡ ਵਾਰ ਹੋਈ ਹੈ, ਜਦੋਂ ਸਾਡੇ ਫੌਜੀ ਭਰਾ ਬਾਹਰ ਲੜਨ ਗਏ ਨੇ, ਜਰਮਨ ਗਏ ਨੇ ਜਾਂ ਹੋਰ ਦੇਸ਼ਾਂ 'ਚ ਗਏ ਨੇ, ਜਦੋਂ ਅਸਲਾ ਮੁੱਕ ਜਾਂਦਾ ਸੀ, ਗੋਲੀਆਂ ਮੁੱਕ ਜਾਂਦੀਆਂ ਸੀ, ਬਰੂਦ ਮੁੱਕ ਜਾਂਦਾ ਸੀ, ਦਮਾਲੇ ਚੱਕਰ ਲਾ ਕੇ ਉਹਨਾਂ ਯੁੱਧ ਲੜੇ ਨੇ। ਇਸ ਤੋਂ ਇਲਾਵਾ ਜੰਗਾਂ ਯੁੱਧਾਂ ਵਿੱਚ ਵੀ ਸਿੱਖ ਇਤਿਹਾਸ 'ਚ ਬਹੁਤ ਜ਼ਿਕਰ ਮਿਲਦਾ ਵੀ ਸਿੰਘਾਂ ਨੇ ਜੋ ਸ਼ਸਤਰਾਂ ਦੀ ਖੰਡਿਤ ਹੋ ਜਾਂਦੇ ਆ, ਕਿਰਪਾਨ ਖੰਡਿਤ ਹੋ ਜਾਂਦੀ ਆ, ਬਰੂਦ ਮੁੱਕ ਜਾਂਦਾ, ਬਰਛੇ ਟੁੱਟ ਜਾਂਦੇ ਆ, ਉਹ ਦਮਾਲੇ ਸ਼ਸਤਰ ਲਾ ਕੇ ਵਰਤੇ ਜਾਂਦੇ ਸੀ। ਬਹੁਤ ਵਧੀਆ ਜੀ। ਭਾਈ ਰਣਜੀਤ ਸਿੰਘ ਜੀ, ਇੱਕ ਆਪ ਜੀ ਨੂੰ ਅਗਲਾ ਸਵਾਲ ਹੈ ਕਿ ਕੀ ਸਿਰਫ ਸਾਡੇ ਧਾਰਮਿਕ ਗ੍ਰੰਥਾਂ ਜਾਂ ਵੇਦਾਂ ਨੂੰ ਪੜ੍ਹ ਕੇ ਸ਼ਸਤਰ ਵਿੱਦਿਆ ਹਾਸਲ ਕੀਤੀ ਜਾ ਸਕਦੀ ਹੈ ਜੀ? ਦੇਖੋ, ਜਦੋਂ ਸਿੱਖ ਧਰਮ ਦੀ ਸਥਾਪਨਾ ਹੁੰਦੀ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਜਾਂ ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਸਮੇਂ ਤੱਕ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਆ ਇਹ ਹੁੰਦੀ ਆ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਆਤਮਿਕ ਪੱਖੋਂ ਜਿਹੜੀ ਬਲਵਾਨ ਆ ਉਹ ਕਰਦੀ। ਇਸ ਦੇ ਨਾਲ ਨਾਲ ਹੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਸ਼ਸਤਰ ਵਿਦਿਆ ਦੀ ਜਿਹੜੀ ਦਾਤ ਆ ਉਹ ਵੀ ਜਿਹੜੀ ਬਖਸ਼ਿਸ਼ ਆ ਉਹ ਕੀਤੀ। ਅਤੇ ਜਦੋਂ ਆਪਾਂ ਇਸ ਤੋਂ ਵੀ ਪੁਰਾਣਾ ਜਿਹੜਾ ਇਤਿਹਾਸ ਆ ਉਹ ਪੜ੍ਹਦੇ ਹਾਂ, ਜਦੋਂ ਬਾਬਰ ਨੇ
ਇੱਥੇ ਭਾਰਤ ਦੇ ਉੱਤੇ ਜਿਹੜਾ ਹਮਲਾ ਆ ਉਹ ਕੀਤਾ ਸੀ। ਤੇ ਉਸ ਸਮੇਂ ਵੀ ਜਿਹੜੇ ਉਸ ਸਮੇਂ ਦੇ ਮੁਗਲ ਸਨ ਜਾਂ ਉਸ ਸਮੇਂ ਦੇ ਬ੍ਰਾਹਮਣ ਸਨ, ਪੰਡਿਤ ਸਨ, ਮੁਲਾਣੇ ਸਨ, ਉਹਨਾਂ ਨੇ ਇਹ ਗੱਲ ਆਖੀ ਸੀ ਕਿ ਜਦੋਂ ਬਾਬਰ ਇੱਥੇ ਆਏਗਾ ਤੇ ਅਸੀਂ ਇਹੋ ਜਿਹੇ ਜਿਹੜੇ ਮੰਤਰ ਆ ਉਹ ਪੜ੍ਹਾਂਗੇ। ਕੁਝ ਕਹਿੰਦੇ ਸੀ ਕਿ ਕੁਝ ਇਹੋ ਜਿਹੇ ਜਿਹੜੇ ਅਸੀਂ ਕੁਰਾਨ ਦੀਆਂ ਆਇਤਾਂ ਪੜ੍ਹਾਂਗੇ ਕਿ ਉਹ ਜਿਹੜੇ ਅੰਧੇ ਹੋ ਜਾਣਗੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਈ ਗੱਲਾਂ ਮੁਲਾਣਿਆਂ ਵੱਲੋਂ ਵੀ ਕੀਤੀਆਂ ਗਈਆਂ, ਬ੍ਰਾਹਮਣਾਂ ਵੱਲੋਂ ਵੀ ਕੀਤੀਆਂ ਗਈਆਂ, ਪਰ ਜਿਹੜਾ ਬਾਬਰ ਆ ਉਹ ਇੱਥੇ ਆਇਆ। ਪਰ ਕੋਈ ਵੀ ਜਿਹੜਾ ਉਹ ਬਾਬਰ ਦੀ ਫੌਜ ਦਾ ਜਿਹੜਾ ਅੰਨਾ ਆ ਉਹ ਨਹੀਂ ਹੋਇਆ। ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ ਆ ਕਿ ਕੋਈ ਮੁਗਲ ਨਾ ਹੁਆ ਅੰਧਾ, ਕਿਨੈ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ, ਰਣ ਮਹਿ ਤੇਗ ਵਗਾਈ। ਸੋ ਕਹਿਣ ਤੋਂ ਭਾਵ ਹੈ ਕਿ ਕੇਵਲ ਗ੍ਰੰਥ ਪੜ੍ਹਨ ਦੇ ਨਾਲ ਹੀ ਹੈ ਨਾ, ਜੇਕਰ ਆਪਾਂ ਕੋਈ ਵੀ ਜਿਹੜਾ ਗ੍ਰੰਥ ਪੜ੍ਹ ਲਈਏ ਜਾਂ ਕੋਈ ਵੀ ਜਿਹੜੀ ਕਿਤਾਬ ਪੜ੍ਹ ਲਈਏ, ਸੋ ਉਹਦੇ ਨਾਲ ਹੀ ਜਿਹੜੀ ਸਾਨੂੰ ਸ਼ਸਤਰ ਵਿਦਿਆ ਜਾਂ ਸਰੀਰਕ ਪੱਖੋਂ ਅਸੀਂ ਜਿਹੜਾ ਬਲਵਾਨ ਆ ਉਹ ਨਹੀਂ ਬਣ ਸਕਦੇ, ਕਿਉਂਕਿ ਉੱਥੋਂ ਆਤਮਿਕ ਬਲਵਾਨ ਸਾਨੂੰ ਮਿਲ ਸਕਦਾ ਆ, ਪ੍ਰੇਰਨਾ ਸਾਨੂੰ ਜਿਹੜੀ ਆ ਉਹ ਮਿਲ ਸਕਦੀ ਹੈ। ਪਰ ਜਿਹੜੀ ਇੱਕ ਵਿਦਿਆ ਜਿਹੜੀ ਸਰੀਰਕ ਪੱਖ ਤੋਂ ਆ, ਉਹ ਜਿਵੇਂ ਪਹਿਲਾਂ ਵੀ ਦੱਸਿਆ ਹੈ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਮੱਲ ਅਖਾੜੇ ਸਥਾਪਿਤ ਕੀਤੇ। ਇਸੇ ਤਰ੍ਹਾਂ 6ਵੇਂ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂ ਅਕਾਲੀ ਫੂਲਾ ਸਿੰਘ ਦੇ ਬੁਰਜ ਉੱਥੇ ਜਿਹੜੇ ਸ਼ਸਤਰ ਵਿਦਿਆ ਦਾ ਜਿਹੜਾ ਅਭਿਆਸ ਆ ਉਹ ਹੁੰਦਾ ਰਿਹਾ, ਕਿਉਂਕਿ ਇਹ ਇੱਕ ਵੱਖਰੀ ਜਿਹੜੀ ਵਿਦਿਆ ਆ। ਸੋ ਇਸ ਕਰਕੇ ਜਿੱਥੇ ਅਸੀਂ ਬਾਣੀ ਪੜ੍ਹਨੀ ਆ ਉੱਥੇ ਨਾਲ ਨਾਲ ਸ਼ਸਤਰਾਂ ਦੇ ਜਿਹੜੇ ਧਾਰਨੀ ਹੋਣਾ, ਸ਼ਸਤਰ ਵਿਦਿਆ ਜਿਹੜੀ ਪ੍ਰਾਪਤ ਕਰਨੀ ਆ ਉਹ ਬਹੁਤ ਜ਼ਰੂਰੀ ਹੈ। ਹਾਲਾਂਕਿ ਲੋਕਾਂ ਦੇ ਵਿੱਚ ਆਮ ਹੀ ਸੁਣਨ ਨੂੰ ਮਿਲ ਜਾਂਦਾ ਹੈ ਕਿ ਪੁਰਾਣੀ ਜਿਹੜੀ ਸ਼ਸਤਰ ਵਿਦਿਆ ਸੀ, ਰਵਾਇਤੀ ਜਿਹੜੇ ਸਾਡੇ ਸ੍ਰੀ ਸਾਹਿਬ ਜਾਂ ਬਰਸ਼ਾ ਜਾਂ ਕੋਈ ਹੋਰ ਹਥਿਆਰ ਹੋਏ, ਵੀ ਅੱਜ ਕੱਲ੍ਹ ਦੀ ਜਿਹੜੀ ਟੈਕਨੋਲੋਜੀ ਦੇ ਨਵੇਂ ਹਥਿਆਰ ਆ ਉਹਨਾਂ ਸਾਹਮਣੇ ਕੀ ਇਹ ਟਿਕ ਪਾਉਣਗੇ? ਕਿ ਇਹ ਹਥਿਆਰ ਉਨੇ ਹੀ ਮਾਰੂ ਹੋਣਗੇ ਕਿ ਜਿੰਨੇ ਨਵੀਂ ਟੈਕਨੋਲੋਜੀ ਦੇ ਹਥਿਆਰ ਮਾਰੂ ਹੁੰਦੇ ਨੇ? ਥੋੜ੍ਹਾ ਜਿਹਾ ਇਸ ਬਾਰੇ ਵਿਸਥਾਰਪੂਰਵਕ ਦੱਸੋ। ਜਿਹੜੀ ਸਿੱਖ ਸ਼ਸਤਰ ਵਿਦਿਆ ਦੀ ਅਸੀਂ ਗੱਲ ਕਰ ਰਹੇ ਹਾਂ, ਗੁਰੂ ਸਾਹਿਬ ਦੇ ਸਮੇਂ 'ਤੇ ਵੀ ਬਰੂਦ ਸੀ, ਬੰਦੂਕਾਂ ਸੀ, ਹਰ ਤਰ੍ਹਾਂ ਸ਼ਸਤਰ ਸੀ, ਪਰ ਗੁਰੂ ਸਾਹਿਬ ਨੇ ਸਾਨੂੰ ਕਿਉਂ ਧਾਰਨ ਕਰਾਈ? ਗੁਰੂ ਸਾਹਿਬ ਦੂਰੰਦੇਸ਼ੀ ਸਨ। ਬਰੂਦ ਇੱਕ ਦਿਨ ਖਤਮ ਹੋ ਜਾਂਦਾ, ਬੰਦੂਕ ਦੇ ਵਿੱਚੋਂ ਗੋਲੀ ਵੀ ਇੱਕ ਦਿਨ ਖਤਮ ਹੋ ਜਾਏਗੀ, ਸਮਾਂ ਪਿਆ ਤੇ ਹਰ ਚੀਜ਼ ਖਤਮ ਹੋ ਜਾਏਗੀ। ਪਰ ਜਿਹੜਾ ਰਵਾਇਤੀ ਸ਼ਸਤਰ ਹੈ ਸਾਡਾ, ਉਹ ਕਦੀ ਕੁਛ ਨਹੀਂ ਹੋਏਗਾ, ਉਹ ਚੱਲਦਾ ਰਹੇਗਾ, ਕਿਉਂਕਿ ਉਹ ਕਿਸੇ ਟੈਕਨੀਕ ਨਾਲ ਨਹੀਂ ਚੱਲਣਾ। ਉਹ ਜੋ ਬਣਿਆ ਉਸੇ ਹਾਲਾਤ ਵਿੱਚ ਜੋ ਤੱਕ ਅਸੀਂ ਸਦੀਆਂ ਤੱਕ ਚਲਾ ਸਕਦੇ ਹਾਂ। ਇਸ ਕਰਕੇ ਪੁਰਾਤਨ ਸ਼ਸਤਰ ਵਿਦਿਆ ਅਤੇ ਨਵੀਂ ਯੁੱਗ ਦੀ ਸ਼ਸਤਰ ਵਿਦਿਆ ਵਿੱਚ ਕੋਈ ਫਰਕ ਨਹੀਂ। ਦੂਜੀ ਗੱਲ, ਪਰਮਾਣੂ ਬੰਬ ਦਾ ਯੁੱਗ ਬੇਸ਼ੱਕ ਆ ਗਿਆ, ਪਰ ਜਿੱਥੇ ਪਰਮਾਣੂ ਬੰਬ ਦੀ ਹੋਂਦ ਖਤਮ ਹੋ ਜਾਂਦੀ ਹੈ, ਜਿੱਥੇ ਪਰਮਾਣੂ ਬੰਬ ਦਾ ਅੰਤ ਹੋ ਜਾਂਦਾ, ਉੱਥੇ ਹੱਥੋਂ ਹੱਥੀ ਲੜਾਈ ਸ਼ੁਰੂ ਹੋ ਜਾਂਦੀ ਹੈ, ਜ਼ਮੀਨੀ ਪੱਧਰ 'ਤੇ ਲੜਾਈ ਸ਼ੁਰੂ ਹੋ ਜਾਂਦੀ ਹੈ। ਔਰ ਫਿਰ ਰਵਾਇਤੀ ਸ਼ਸਤਰ ਹੀ ਕੰਮ ਆਉਂਦੇ ਨੇ। ਉਹ ਪਹਿਲਾਂ ਵੀ ਨਾ ਓਨਾ ਹੀ ਮਹੱਤਵ ਸੀ ਜਿੰਨਾ ਮਹੱਤਵ ਅੱਜ ਹੈ, ਇਹ ਅੱਗੋਂ ਵੀ ਓਨਾ ਹੀ ਮਹੱਤਵ ਰਹੇਗਾ ਪੁਰਾਤਨ ਸ਼ਸਤਰਾਂ ਦਾ। ਕਿਉਂਕਿ ਆਮ ਬੰਦੂਕ ਦੇ ਮੋਹਰੇ ਵੀ ਸੰਗੀਨ ਲੱਗੀ ਹੋਈ ਇਹ ਦੱਸਦੀ ਹੈ ਕਿ ਜਦੋਂ ਬੰਦੂਕ ਨਾ ਕੰਮ ਆਵੇ ਤਾਂ ਉਹਨੂੰ ਅਸੀਂ ਬਰਸ਼ੇ ਦੇ ਤੌਰ ਤੇ ਵਰਤਿਆ ਜਾ ਸਕਦਾ। ਬਿਲਕੁਲ ਜੀ, ਪਹਿਲਾਂ ਵੀ ਬੰਦੂਕਾਂ ਦੇ ਅੱਗੇ ਕਿੰਨਾ ਸੰਗੀਨਾਂ ਲੱਗੀਆਂ ਹੁੰਦੀਆਂ ਸੀ। ਪਹਿਲਾ ਵਰਲਡ ਵਾਰ, ਸੈਕੰਡ ਵਰਲਡ ਵਾਰ ਵੇਖ ਲਓ, ਜਾਂ ਹੁਣ ਵੀ ਤੁਸੀਂ ਵੇਖ ਲਓ, ਜਦੋਂ ਜੰਗ ਹੁੰਦੇ ਨੇ ਬੰਦੂਕ ਦੇ ਅੱਗੇ ਇੱਕ ਸੰਗੀਨ ਲਾਈ ਜਾਂਦੀ ਹੈ, ਜਿਹਨੂੰ ਚਾਕੂ ਵੀ ਸਿੱਧਾ ਕਹਿ ਦਿੰਦੇ ਆਪਾਂ। ਜਦੋਂ ਉਹਦੇ 'ਚੋਂ ਬਰੂਦ ਖਤਮ ਹੋ ਜਾਂਦਾ, ਅਸਲਾ ਖਤਮ ਹੋ ਜਾਂਦਾ, ਸਾਡੇ ਕੋਲ ਹੱਥੋਂ ਹੱਥੀ ਲੜਾਈ 'ਚ ਉਹ ਸੰਗੀਨ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਬਹੁਤ ਕੰਮ ਆਉਂਦੀ ਹੈ। ਵੀਰ ਜੀ, ਇੱਕ ਹੋਰ ਗੱਲ ਜ਼ਰੂਰੀ ਸੀਗੀ ਕਿ ਅੱਜ ਕੱਲ੍ਹ ਸਟੰਟਬਾਜ਼ੀ ਬੜੀ ਚੱਲਦੀ ਹੈ ਗੱਤਕਿਆਂ ਦੇ ਵਿੱਚ, ਕੱਚ ਭੰਨਣਾ, ਟਿਊਬਾਂ ਖਾਣੀਆਂ, ਅੱਗਾਂ ਲਾਉਣੀਆਂ। ਕੀ ਇਹ ਗੱਤਕੇ ਦਾ ਹਿੱਸਾ ਹੈ? ਥੋੜ੍ਹੇ ਭਰਮ ਭੁਲੇਖੇ ਦੂਰ ਕਰੋ। ਇਹ ਭਰਮ ਭੁਲੇਖੇ ਹੈ ਨਹੀਂ, ਭਰਮ ਭੁਲੇਖੇ ਪਾਏ ਗਏ ਨੇ। ਕਿਉਂਕਿ ਸਟੰਟਬਾਜ਼ੀ ਜੇ ਆਪਾਂ ਜਿਹਨੂੰ ਕਹਿੰਦੇ ਆ, ਉਹ ਸਟੰਟਬਾਜ਼ੀ ਨਹੀਂ, ਉਹ ਸ਼ਸਤਰ ਵਿਦਿਆ ਦੇ ਵਿੱਚ ਹੀ ਅਸੀਂ ਰਲਾਵਾ ਕਰ ਦਿੱਤਾ ਗਿਆ ਉਹਦਾ ਜੀ। ਕਿਉਂਕਿ ਜਿਹੜੇ ਸਟੰਟਬਾਜ਼ੀ ਕਰ ਰਹੇ ਨੇ ਉਹ ਵੀਰ ਬਗਾਨੇ ਨਹੀਂ, ਉਹ ਵੀ ਸਾਡੇ ਆਪਣੇ ਨੇ। ਉਹ ਜੇ ਆਪਾਂ ਉਹਨਾਂ ਸ਼ਸਤਰ ਵਿਦਿਆ ਦੀ ਗੱਲ ਕਰਾਂ, ਸਾਡੇ ਤੋਂ ਜ਼ਿਆਦਾ ਵਧੀਆ ਸ਼ਸਤਰ ਵਿਦਿਆ ਖੇਡਣਗੇ, ਜ਼ਿਆਦਾ ਵਧੀਆ ਕਿੰਨਾ ਅੱਛੇ ਤਰੀਕੇ ਨਾਲ ਤੁਹਾਨੂੰ ਸ਼ਸਤਰ ਵਿਦਿਆ ਪ੍ਰਦਰਸ਼ਨ ਕਰਕੇ ਦਿਖਾਉਣਗੇ। ਪਰ ਅਸੀਂ ਲੋਕਾਂ ਨੇ, ਪ੍ਰਬੰਧਕਾਂ ਨੇ, ਸੰਗਤਾਂ ਨੇ ਉਹਨਾਂ ਕੋਲ ਡਿਮਾਂਡ ਕੀਤੀ ਵੀ ਸਾਨੂੰ ਇੰਨਾ ਸਟੰਟਬਾਜ਼ੀ ਕਰਕੇ ਦਿਖਾਓ। ਉਹ ਸ਼ਸਤਰ ਵਿਦਿਆ ਬਹੁਤ ਵਧੀਆ ਖੇਡਦੇ ਨੇ। ਜਦੋਂ ਸ਼ਸਤਰ ਵਿਦਿਆ ਤੁਸੀਂ ਉਹਨਾਂ ਦੇ ਦੇਖੋ, ਸਾਡੇ ਤੋਂ ਵਧੀਆ ਖੇਡਦੇ ਨੇ। ਬਿਲਕੁਲ, ਕਿਉਂਕਿ ਮੈਂ ਜਦੋਂ ਕਲਾਸਾਂ ਲਾਉਣ ਜਾਂਦੀ ਹਾਂ ਨਾ ਕਈ ਜਗ੍ਹਾ ਦੇ ਉੱਤੇ, ਉਹ ਨਵੇਂ ਜਿਹੜੇ ਸਟੂਡੈਂਟਸ ਆਉਂਦੇ ਆ, ਉਹ ਕਹਿੰਦੇ ਕਿ ਸਾਨੂੰ ਦੀਦੀ ਉਹ ਚੀਜ਼ ਸਿਖਾਓ ਜਿਹੜੀਆਂ ਅੱਖਾਂ 'ਤੇ ਅਸੀਂ ਪੱਟੀ ਬੰਨ੍ਹ ਕੇ ਆਹ ਕਰੀਏ, ਵੀ ਜਿੱਦਾਂ ਦੂਸਰੇ ਕਈ ਜਿਹੜੇ ਸਟੰਟਬਾਜ਼ੀ ਕਰਦੇ ਨੇ। ਫਿਰ ਉਹਨਾਂ ਨੂੰ ਸਾਨੂੰ ਸਮਝਾਉਣਾ ਪੈਂਦਾ, ਬੇਟਾ ਇਹ ਸਾਡੀ ਵਿਰਾਸਤੀ ਖੇਡ ਨਹੀਂ ਹੈ। ਕਿਉਂਕਿ ਸਾਡੀ ਵਿਰਾਸਤੀ ਖੇਡ ਦਾ ਮਤਲਬ ਹੈ ਕਿ ਅਸੀਂ ਅਗਲੇ 'ਤੇ ਹਮਲਾ ਕਿੱਦਾਂ ਕਰਨਾ ਅਤੇ ਆਪਣੇ ਆਪ ਨੂੰ ਕਿਵੇਂ ਬਚਾਉਣਾ। ਅਸੀਂ ਆਪਣੇ ਆਪ ਨੂੰ ਇੰਜਰ ਨਹੀਂ ਕਰਨਾ। ਤਾਂ ਸਮਝਾਉਣ ਦੇ ਨਾਲ ਬੱਚਿਆਂ ਨੂੰ ਕਾਫੀ ਹੁਣ ਨੌਲੇਜ ਮਿਲਦੀ ਜਾ ਰਹੀ ਹੈ। ਅਸੀਂ ਆਮ ਦੱਸ ਰਹੇ ਹਾਂ ਇੰਟਰਵਿਊ ਦੇ ਵਿੱਚ ਕਿ ਸਟੰਟਬਾਜ਼ੀ ਸਾਡੇ ਗੱਤਕੇ ਦਾ ਹਿੱਸਾ ਨਹੀਂ ਹੈ, ਪਰ ਮੈਨੂੰ ਸੀਗਾ ਕਿ ਤੁਸੀਂ ਬਹੁਤ ਵਧੀਆ ਤਰ੍ਹਾਂ ਦੱਸ ਸਕਦੇ ਹੋ, ਇਸ ਕਰਕੇ ਆਪ ਜੀ ਨੂੰ ਸਵਾਲ ਰੱਖੇ। ਮੈਂ ਪਹਿਲਾਂ ਹੀ ਬੇਨਤੀ ਕੀਤੀ, ਤੁਸੀਂ ਗੱਲ ਕੀਤੀ ਅੱਖਾਂ 'ਤੇ ਪੱਟੀ ਬੰਨ੍ਹਣ ਦੀ। ਜੀ, ਅੱਖਾਂ 'ਤੇ ਪੱਟੀ ਪਹਿਲਾਂ ਹੀ ਸਿੰਘ ਬੰਨ੍ਹਦੇ ਸੀ ਗੱਤਕਾ ਪ੍ਰਦਰਸ਼ਨ ਦੇ ਦੌਰਾਨ। ਉਹਦਾ ਕਾਰਨ ਸੀ ਪੈਰਾਂ ਦੀ ਤਾਲਮੇਲ ਦੇ ਨਾਲ ਸਿੰਘ ਸ਼ਸਤਰ ਵਿਦਿਆ ਖੇਡਦੇ ਸੀ।
ਯੁੱਧ ਵਿੱਦਿਆ ਦਾ ਅਭਿਆਸ ਕਰਦੇ ਸੀ। ਅੱਖਾਂ ਪੱਟੀ ਬੰਨ ਤਦ ਬੰਨਦੇ ਸੀ ਵੀ ਕਿੰਨਾ ਅਸੀਂ ਲੋੜ ਪੈਣ 'ਤੇ ਹਨੇਰੇ ਵਿੱਚ ਵੀ ਸ਼ਸਤਰ ਵਿੱਦਿਆ ਦਾ ਅਭਿਆਸ ਕਰ ਸਕੀਏ, ਸ਼ਸਤਰ ਵਿੱਦਿਆ ਦੀ ਵਰਤੋਂ ਕਰ ਸਕੀਏ। ਜਿਹੜੀ ਗੱਲ ਆਪ ਜੀ ਨੇ ਕੀਤੀ ਸਟੰਟਬਾਜ਼ੀ ਦੀ, ਜੀ ਮੈਂ ਪਹਿਲਾਂ ਹੀ ਆਪ ਜੀ ਨੂੰ ਬੇਨਤੀ ਕੀਤੀ, ਸਟੰਟਬਾਜ਼ੀ ਕਰਨੀ ਉਹਨਾਂ ਦੀ ਮਜਬੂਰੀ ਇਸ ਕਰਕੇ ਬਣ ਗਈ ਵੀ ਸੰਗਤਾਂ ਨੇ ਡਿਮਾਂਡ ਕੀਤੀ, ਪ੍ਰਬੰਧਕਾਂ ਨੇ ਉਹਨਾਂ ਨੂੰ ਹੁਲਾਰਾ ਦਿੱਤਾ ਵੀ ਪ੍ਰਬੰਧਕ ਕਹਿੰਦੇ ਤੁਸੀਂ ਸਟੰਟਬਾਜ਼ੀ ਕਰਕੇ ਦਿਖਾਓ। ਜਦ ਕਿ ਉਹ ਸਟੰਟਬਾਜ਼ੀ ਕਰਕੇ ਖੁਸ਼ ਨਹੀਂ। ਸਟੰਟਬਾਜ਼ੀ ਨੁਕਸਾਨ ਵੀ ਹੁੰਦਾ ਉਹਨਾਂ ਦਾ, ਉਹ ਇੰਜਰਡ ਵੀ ਹੁੰਦੇ ਨੇ। ਪਰ ਉਹ ਸ਼ਸਤਰ, ਮੈਂ ਪਹਿਲੇ ਬੇਨਤੀ ਕੀਤੀ, ਉਹ ਕੋਈ ਵੱਖਰੇ ਨਹੀਂ, ਉਹ ਗੱਤਕੇ ਦਾ ਹਿੱਸਾ ਨੇ। ਸ਼ਸਤਰ ਵਿੱਦਿਆ ਦੇ ਗਿਆਤਾ ਨੇ, ਬਹੁਤ ਸੋਹਣਾ ਗੱਤਕਾ ਖੇਡਦੇ ਨੇ, ਬਹੁਤ ਸੋਹਣੀ ਸ਼ਸਤਰ ਵਿੱਦਿਆ ਕਰਦੇ ਨੇ। ਪਰ ਅਸੀਂ ਡਿਮਾਂਡ ਜਿਸ ਚੀਜ਼ ਦੀ ਕਰਾਂਗੇ ਉਹਨਾਂ ਨੂੰ ਕਰਨੀ ਪੈਂਦੀ ਹੈ। ਇਸ ਕਰਕੇ ਸਟੰਟਬਾਜ਼ੀ ਥੋੜ੍ਹਾ ਜਿਹਾ ਆਪਾਂ ਨੂੰ ਹਾਈਲਾਈਟ ਕਰ ਦਿੱਤਾ, ਜਦ ਕਿ ਐਸੀ ਕੋਈ ਗੱਲ ਨਹੀਂ ਸੀ। ਔਰਤਾਂ ਲਈ ਸ਼ਸਤਰ ਵਿੱਦਿਆ ਕਿੰਨੀ ਕੁ ਜ਼ਰੂਰੀ ਹੈ? ਵੈਸੇ ਤਾਂ ਆਪਣੇ ਸਿੱਖ ਇਤਿਹਾਸ ਦੇ ਵਿੱਚ ਬੜੀਆਂ ਦਲੇਰ ਔਰਤਾਂ ਪੈਦਾ ਹੋਈਆਂ ਨੇ, ਤੇ ਸਾਡੀ ਗੁਰਬਾਣੀ ਵੀ ਦੇ ਵਿੱਚ ਕਿਹਾ ਕਿ ਸੋ ਕੋ ਮੰਦਾ ਆਖੀਏ ਜਿਤ ਜੰਮੇ ਰਾਜਾਨ। ਤੇ ਆਪਣੇ ਧਰਮ ਦੇ ਵਿੱਚ, ਸਿੱਖ ਧਰਮ ਦੇ ਵਿੱਚ ਖਾਸ ਤੌਰ ਤੇ ਮਰਦ ਦੇ ਬਰਾਬਰ ਔਰਤ ਨੂੰ ਦਰਜਾ ਦਿੱਤਾ ਹੈ। ਪਰ ਔਰਤਾਂ ਲਈ ਸ਼ਸਤਰ ਵਿੱਦਿਆ ਪਹਿਲਾਂ ਦੇ ਸਮੇਂ 'ਚ ਤੇ ਹੁਣ ਦੇ ਸਮੇਂ ਦੇ ਵਿੱਚ ਵੀ ਸਿੱਖਣਾ ਕਿਉਂ ਜ਼ਰੂਰੀ ਹੈ? ਦੇਖੋ, ਜਦੋਂ ਅਸੀਂ 1984 ਦੇ ਹਾਲੇ ਕੱਲ੍ਹ ਦੀ ਗੱਲ ਆ, ਉਸ ਇਤਿਹਾਸ 'ਤੇ ਝਾਤ ਮਾਰਦੇ ਹਾਂ। ਸੋ ਜਿਸ ਤਰੀਕੇ ਦੇ ਨਾਲ ਸਿੱਖਾਂ ਦੀ ਜਿਹੜੀ ਉਸ ਸਮੇਂ ਪੱਤ ਰੋਲੀ ਗਈ, ਸਿੱਖਾਂ ਦੀ ਹੋਂਦ ਹਸਤੀ 'ਤੇ ਹਮਲਾ ਕੀਤਾ ਗਿਆ, ਸਾਡੇ ਉੱਤੇ ਇੱਕ ਵੱਡਾ ਜਿਹੜਾ ਘੱਲੂਘਾਰਾ ਆ ਉਹ ਵਾਪਰਿਆ, ਉਸ ਤੋਂ ਸਾਨੂੰ ਬਹੁਤ ਕੁਝ ਜਿਹੜਾ ਸਿੱਖਣ ਦੀ ਉਹ ਲੋੜ ਆ। ਕਿਉਂਕਿ ਜਦੋਂ ਅਸੀਂ ਪੁਰਾਤਨ ਇਤਿਹਾਸ ਪੜ੍ਹਦੇ ਹਾਂ ਤੇ ਬੀਬੀ ਭਾਗ ਕੌਰ, ਜਿਨ੍ਹਾਂ ਨੂੰ ਮਾਈ ਭਾਗੋ ਕਹਿ ਕੇ ਵੀ ਸਤਿਕਾਰਿਆ ਜਾਂਦਾ ਆ, ਸੋ ਉਹਨਾਂ ਨੇ ਬੜੇ ਵੱਡੇ ਜਿਹੜੇ ਜੌਹਰ ਆ ਉਹ ਦਿਖਾਏ। ਉਸ ਸਮੇਂ ਦੇ ਦੁਸ਼ਮਣਾਂ ਦੇ ਨਾਲ ਜਿਹੜੀ ਉਹਨਾਂ ਨੇ ਜੰਗ ਆ ਉਹ ਕੀਤੀ। ਅਨੇਕਾਂ ਹੀ ਬੀਬੀਆਂ ਦਾ ਜਿਹੜਾ ਇਤਿਹਾਸ ਆ, ਅੱਜ ਵੀ ਜੇਕਰ ਸਾਡੀ ਕੌਮ ਦੇ ਉੱਤੇ ਕੋਈ ਭੀੜ ਬਣ ਜਾਵੇ, ਸੋ ਸਾਡੀਆਂ ਜਿਹੜੀਆਂ ਬੀਬੀਆਂ ਆ ਉਹ ਸ਼ਸਤਰਧਾਰੀ ਹੋਣਾ ਚਾਹੀਦੀਆਂ, ਤਾਂ ਜੋ ਉਹ ਆਪਣੇ ਦੁਸ਼ਮਣ ਨੂੰ ਜਿਹੜਾ ਜਵਾਬ ਆ ਉਹ ਦੇ ਸਕਣ ਲਈ ਆਉਂਦੀ ਸੀ। ਪਰ ਗੁਰੂ ਸਾਹਿਬ ਜੀ ਨੇ ਇੱਕ ਵੱਡੀ ਜਿਹੜੀ ਕ੍ਰਾਂਤੀ ਆ ਉਹ ਲਿਆਂਦੀ, ਔਰਤਾਂ ਨੂੰ ਵੀ ਜਿਹੜਾ ਬਰਾਬਰ ਦਾ ਜਿਹੜਾ ਦਰਜਾ ਆ ਉਹ ਦਿੱਤਾ ਗਿਆ। ਸੋ ਖਾਸ ਕਰਕੇ ਸਿੱਖ ਧਰਮ ਦੀਆਂ ਬੀਬੀਆਂ ਨੂੰ ਵੀ ਜਿਹੜਾ ਸ਼ਸਤਰਧਾਰੀ ਹੋਣਾ ਜਿਹੜਾ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਹਰੇਕ ਧਰਮ ਦੇ ਕੋਲ ਜਿਹੜੇ ਆਪੋ ਆਪਣੇ ਸਿਧਾਂਤ ਆ, ਆਪਣੀਆਂ ਮਰਿਆਦਾਵਾਂ ਆ, ਉਹਨਾਂ ਦੇ ਕੋਲ ਆਪਣੀਆਂ ਜਿਹੜੀਆਂ ਵਿਦਿਆ ਆ। ਸੋ ਇਹ ਜਿਹੜੀ ਗੱਤਕੇ ਦੀ ਵਿਦਿਆ, ਗੱਤਕਾ ਜਿਹੜਾ ਸ਼ਬਦ ਆ ਉਹ ਸਿੱਖ ਇਤਿਹਾਸ ਦੇ ਨਾਲ ਜੁੜਿਆ ਹੋਇਆ ਆ। ਇਹ ਜਿਹੜਾ ਗੱਤਕਾ ਇਹ ਸਿੱਖ ਇਤਿਹਾਸ ਦੀ ਇੱਕ ਜਿਹੜੀ ਵਿਦਿਆ ਆ। ਭਾਵੇਂ ਕਿ ਹੋਰ ਲੋਕ ਵੀ ਜਿਹੜੇ ਇਹਨੂੰ ਹੁਣ ਖੇਡਦੇ ਵੀ ਆ ਰਹੇ ਆ ਕੁਝ, ਪਰ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਵੀ ਜਿਹੜਾ ਹੁਕਮਨਾਮਾ ਸਾਹਿਬ ਜਿਹੜਾ ਜਾਰੀ ਹੋਇਆ ਆ ਕਿ ਇਹ ਜਿਹੜੀ ਸਿੱਖ ਸ਼ਾਸਤਰ ਵਿਦਿਆ ਆ ਜਾਂ ਜਿਹੜਾ ਗੱਤਕਾ ਆ, ਉਹਨੂੰ ਜਿਹੜੇ ਸਿੱਖ ਆ ਉਹੀ ਖੇਡਣ, ਜਾਂ ਬਾਣੀ ਬਾਣੇ ਦੇ ਧਾਰਨੀ ਹੋ ਕੇ ਸਿੱਖ ਸ਼ਸਤਰ ਵਿਦਿਆ ਕੌਂਸਲ ਵੱਲੋਂ ਇੱਕ ਮੰਗ ਪੱਤਰ ਹੈ ਨਾ, ਕਿ ਜਿਹੜਾ ਪਰਟੀਕੂਲਰ ਆ ਸਾਡੇ ਸਿੱਖ ਇਤਿਹਾਸ ਦਾ ਇਹ ਸ਼ਬਦ ਹੈ ਗੱਤਕਾ, ਤੇ ਗੱਤਕਾ ਸਿਰਫ ਸਾਡੇ ਸਿੱਖ ਇਤਿਹਾਸ ਦੇ ਨਾਲ ਹੀ ਜੁੜਿਆ ਰਹੇਗਾ, ਕੋਈ ਹੋਰ ਉਹਨਾਂ ਨੂੰ ਪੇਂਟਡ ਨਹੀਂ ਕਰਵਾ ਸਕੇਗਾ। ਕਿਉਂਕਿ ਇਹ ਬਹੁਤ ਜ਼ਰੂਰੀ ਵੀ ਹੈ ਸਮੇਂ ਦੇ, ਕਿਉਂਕਿ ਸਾਡੇ ਆਉਣ ਵਾਲੇ ਜਿਹੜੀਆਂ ਨਸਲਾਂ ਨੇ ਉਹਨਾਂ ਨੂੰ ਪਤਾ ਲੱਗੇ ਕਿ ਗੱਤਕਾ ਅਸਲ 'ਚ ਹੈ ਕੀ ਹੈ, ਇਹ ਕਿਹੜੇ ਧਰਮ ਨਾਲ ਸੰਬੰਧਿਤ ਰੱਖਦਾ ਹੈ। ਆਪ ਜੀ ਇਹਨਾਂ ਵਿਚਾਰ ਸਾਂਝੀ ਕਰਿਓ ਭਾਜੀ। ਮੈਂ ਜਿਵੇਂ ਭਾਈ ਰਣਜੀਤ ਸਿੰਘ ਨੇ ਕਿਹਾ ਵੀ ਹਰ ਕੌਮ ਨੂੰ ਉਹਨਾਂ ਦੇ ਵਿਦਿਆ ਮੁਬਾਰਕ ਹੈ, ਉਹ ਆਪਣੀ ਵਿਦਿਆ ਖੇਡਣ। ਪਰ ਜੋ ਸਿੱਖ ਸ਼ਸਤਰ ਵਿਦਿਆ ਦੀ ਗੱਲ ਆਉਂਦੀ ਹੈ, ਔਰ ਸਿੱਖ ਸ਼ਸਤਰ ਵਿਦਿਆ ਪ੍ਰਦਰਸ਼ਨ ਦੀ ਖਾਲੀ ਗੱਲ ਨਹੀਂ ਆਉਂਦੀ, ਇਹ ਸਾਡੀ ਯੁੱਧ ਨੀਤੀ ਦਾ ਹਿੱਸਾ ਹੈ, ਯੁੱਧ ਵਿਦਿਆ ਦਾ ਹਿੱਸਾ, ਉਹਦਾ ਹਿੱਸਾ ਜਿਸ ਦੇ ਤਹਿਤ 6ਵੇਂ ਪਾਤਸ਼ਾਹ ਨੇ 4 ਯੁੱਧ ਲੜੇ, 10ਵੇਂ ਪਾਤਸ਼ਾਹ 14 ਯੁੱਧ ਲੜੇ। ਅੱਗੋਂ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਮਿਸਲਾਂ ਟਾਈਮ ਤੇ ਹੁਣ ਤੱਕ ਸਿੰਘ ਸ਼ਸਤਰ ਵਿਦਿਆ ਦੇ ਮੁਕਾਬਲੇ ਯੁੱਧ ਕਰਦੇ ਆਏ ਨੇ, ਉਹ ਸ਼ਸਤਰ ਵਿਦਿਆ ਦੀ ਬਦੌਲਤ ਕਰਦੇ ਆਏ ਨੇ। ਉਹ ਸਾਡੀ ਉਹ ਯੁੱਧ ਵਿਦਿਆ ਜਿਹੜੀ ਸਾਡੀ ਕੌਮ ਦੀ ਵਿਰਾਸਤ ਹੈ, ਤੇ ਸਾਡੀ ਕੌਮ, ਕਿਸੇ ਵੀ ਕੌਮ ਦੀ ਵਿਰਾਸਤ ਉਸ ਕੌਮ ਦੇ ਸਿਧਾਂਤ, ਉਸ ਕੌਮ ਦੇ ਨਿਯਮਾਂ, ਉਸ ਕੌਮ ਦੇ ਸੱਭਿਆਚਾਰ ਨਾਲ ਜੁੜੀ ਹੁੰਦੀ ਆ। ਤੇ ਕਿਸੇ ਵੀ ਕੌਮ ਦਾ ਸਿਧਾਂਤ ਆਪੋ ਆਪਣਾ ਹੁੰਦਾ, ਉਹ ਵੰਡਿਆ ਨਹੀਂ ਜਾ ਸਕਦਾ ਕਿਸੇ ਨਾਲ। ਤੇ ਗੱਤਕਾ ਖੇਡ ਨੂੰ ਸਪੋਰਟਸ ਦੇ ਤੌਰ ਦੇ ਉੱਤੇ ਕੀ ਅਸੀਂ ਸਕੂਲਾਂ ਵਿੱਚ, ਕਾਲਜਾਂ ਵਿੱਚ ਦੂਸਰੇ ਧਰਮਾਂ ਦੇ ਬੱਚਿਆਂ ਵਾਸਤੇ ਲਾਅ ਕਰ ਸਕਦੇ ਹਾਂ? ਆਪ ਜੀ ਦੇ ਮੁਤਾਬਕ ਕੀ ਹੈ? ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਵੀ ਸਿੱਖ ਜਿਹੜਾ ਗੱਤਕਾ ਸ਼ਬਦ ਹੈ, ਇਹ ਸਿੱਖ ਸੱਭਿਆਚਾਰ, ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤਾਂ ਦੀ ਤਰਜਮਾਨੀ ਕਰਦਾ ਹੈ। ਜਿਹੜੀ ਗੱਤਕਾ ਸਪੋਰਟਸ ਦੀ ਗੱਲ ਤੁਸੀਂ ਕੀਤੀ ਹੈ, ਸੱਭਿਆਚਾਰ ਦੇ ਤੌਰ ਦੇ ਉੱਤੇ ਸਿੱਖ ਬੱਚੇ ਨੂੰ ਖੇਡਣ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਬਾਣੀ ਬਾਣੇ ਖੇਡਣ, ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਵੀ ਗੱਤਕਾ ਜਿਹੜਾ ਖੇਡਣਾ ਹੈ ਉਹ ਬਾਣੀ ਬਾਣੇ ਦੇ ਧਾਰਨੀ ਹੋ ਕੇ ਖੇਡਣ। ਅਤੇ ਸਿੱਖ ਸ਼ਸਤਰ ਵਿਦਿਆ ਜੇ ਖੇਡਣਾ ਚਾਹੁੰਦਾ ਬੱਚਾ ਤਾਂ ਬਾਣੀ ਬਾਣਿਆ ਧਾਰਨੀ ਹੋਵੇ। ਜੇ ਕੋਈ ਅਸੀਂ ਕਿਰਪਾਨ ਫੜਦੇ ਹਾਂ, ਇੱਕ ਸ਼ਸਤਰ ਫੜਦੇ ਹਾਂ, ਆਪਾਂ ਸ਼ਸਤਰ ਫੜਿਆ, ਜੇ ਤਾਂ ਇੱਕ ਬਾਣੀ ਪੜ੍ਹ ਕੇ ਫੜਿਆ, ਇੱਕ ਗੁਰਸਿੱਖ ਨੇ ਫੜਿਆ, ਜਿਹਦੇ ਮਨ 'ਚ ਭਾਵਨਾ ਭੈ ਵਾ, ਗੁਰੂ ਦਾ ਭਾਵ ਹੈ, ਅਤੇ ਇਹ ਕਿਰਪਾਨ ਹੈ। ਜੇ ਇੱਕ ਆਮ ਬੰਦੇ ਨੇ ਫੜੀ ਹੈ, ਇਨਸਾਨ ਨੇ ਫੜੀ ਹੈ, ਇਹ ਇੱਕ ਤਲਵਾਰ ਤੋਂ ਵੱਧ ਕੇ ਕੁਛ ਨਹੀਂ ਹੈ। ਤਲਵਾਰ ਅਤੇ ਕਿਰਪਾਨ 'ਚ ਬਹੁਤ ਫਰਕ ਹੈ।
ਤਲਵਾਰ ਜਿਹੜੀ ਤਲ ਤੋਂ ਵਾਰ ਕਰਨ ਵਾਲੀ, ਕਿਰਪਾਨ ਜਿਹੜੀ ਕਿਰਪਾ ਕਰਨ ਵਾਲੀ ਹੈ। ਜੇ ਇੱਕ ਆਮ ਇਨਸਾਨ ਕਿਰਪਾਨ ਉਹ ਸ਼ਸਤਰ ਫੜਦਾ ਉਹ ਤਲਵਾਰ ਹੈ, ਜੇ ਸਿੱਖ ਫੜਦਾ ਉਹ ਕਿਰਪਾਨ ਹੈ। ਸਾਨੂੰ ਕਿਸੇ ਤੋਂ ਇਤਰਾਜ਼ ਕੋਈ ਨਹੀਂ, ਕੋਈ ਵੀ ਕਰੇ, ਅਸੀਂ ਕੋਈ ਇਤਰਾਜ਼ ਕਰੀਏ। ਹਰ ਕੌਮ ਕੋਲ ਆਪਣੀ ਵਿਦਿਆ, ਉਹ ਆਪਣੀ ਵਿਦਿਆ ਖੇਡਣ, ਆਪਣੀ ਵਿਦਿਆ ਨੂੰ ਪ੍ਰਫੁੱਲਤ ਕਰਨ। ਗੱਤਕੇ ਦੇ ਮਗਰ ਹੀ ਕਿਉਂ ਪਏ ਨੇ? ਗੱਤਕਾ ਕੌਮ ਦੀ ਸਾਡੀ ਵਿਰਾਸਤ ਹੈ, ਉਹ ਸਾਡੀ ਕੌਮ ਕੋਲ ਰਹਿਣ ਦੇਣ। ਉਹ ਸਿਰਫ ਗੱਤਕੇ ਦੇ ਮਗਰ ਕਿਉਂ ਪਏ ਨੇ? ਇਹ ਵੀ ਇੱਕ ਸਾਜ਼ਿਸ਼ ਹੋ ਸਕਦੀ ਹੈ, ਇੱਕ ਕਿੰਨਾ ਪਿੱਛੇ ਕਿੰਨਾ ਇਹਦੇ ਕੋਈ ਭਾਵਨਾ ਹੋ ਸਕਦੀ ਹੈ, ਕੋਈ ਵਪਾਰਿਕ ਕਾਰਨ ਹੋ ਸਕਦੇ ਆ, ਕੋਈ ਹੋਰ ਵੀ ਕਾਰਨ ਹੋ ਸਕਦੇ ਆ, ਜਿਹਦੇ ਬਾਰੇ ਅਸੀਂ ਨਹੀਂ ਜ਼ਿਆਦਾ ਗੱਲ ਕਰਨੀ। ਪਰ ਅਸੀਂ ਦੀ ਗੱਲ ਇਹੋ ਕਰੀ, ਸਾਡੀ ਸੱਭਿਆਚਾਰ ਦਾ ਹਿੱਸਾ ਹੈ, ਸਾਡਾ ਗੱਤਕਾ ਸਾਡੀ ਵਿਰਾਸਤ ਹੈ, ਸਾਡੀ ਕੌਮ ਦਾ ਹਿੱਸਾ ਵਾ। ਅਸੀਂ ਸਿੱਖ ਸ਼ਸਤਰ ਵਿਦਿਆ ਸਿੱਖਣੀ ਹੈ। ਬਾਣੀ ਬਾਣੇ ਧਾਰਨੀ ਹੋ ਕੇ ਆਓ, ਸਾਬਤ ਸੁਰ ਦਸਤਾਰ ਸਿਰੇ ਧਾਰਨੀ ਹੋ ਕੇ ਆਓ, ਜ਼ਰੂਰ ਸਿੱਖੋ। ਅਸੀਂ ਤਿਆਰ ਆ ਸਿਖਾਉਣ ਨੂੰ। ਜਿੰਨਾ ਫਰਜ਼ ਬਣਦਾ ਸੀ ਸਾਡੀਆਂ ਵੱਡੀਆਂ ਸੰਸਥਾਵਾਂ ਦਾ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਦਮਦਮੀ ਟਕਸਾਲ ਹੋਣ, ਨਿਹੰਗ ਸਿੰਘ ਸੰਪਰਦਾਵਾਂ, ਨਿਰਮਲੇ ਸੰਪਰਦਾਵਾਂ, ਉਦਾਸੀ ਸੰਪਰਦਾਵਾਂ, ਜਾਂ ਹੋਰ ਵੀ ਚਾਹੇ ਪੰਥਕ ਜਥੇਬੰਦੀਆਂ, ਸਿੱਖ ਜਥੇਬੰਦੀਆਂ ਜਾਂ ਸਿੱਖ ਸੁਸਾਇਟੀਆਂ ਹੋਂਦ ਦੇ ਵਿੱਚ ਆਈਆਂ ਆ। ਸੋ ਉਹਨਾਂ ਸਾਰਿਆਂ ਦੇ ਵੱਲੋਂ ਇਸ ਸਮੇਂ, ਜੇਕਰ ਹੁਣ ਮੌਜੂਦਾ ਸਮੇਂ ਦੀ ਗੱਲ ਕਰੀਏ, ਤੇ ਉਹ ਸ਼ਸਤਰ ਵਿਦਿਆ ਨੂੰ ਇੰਨੀ ਜਿਹੜੀ ਅਹਿਮੀਅਤ ਆ ਉਹ ਨਹੀਂ ਦਿੱਤੀ ਜਾ ਰਹੀ। ਕਿਉਂਕਿ ਮੈਂ ਵੀ ਕਈ ਸੰਪਰਦਾਵਾਂ ਦੇ ਵਿੱਚ ਵਿਚਰਦਾ ਆ, ਡੇਰਿਆਂ ਦੇ ਵਿੱਚ ਵੀ ਜਾਈਦਾ ਆ, ਸੰਸਥਾਵਾਂ ਦੇ ਵਿੱਚ ਵੀ ਵਿਚਰੀਦਾ ਆ, ਪਰ ਕਾਫੀ ਜਿਹੜੀ ਸ਼ਸਤਰ ਵਿਦਿਆ ਆ ਉਹਨੂੰ ਹੁਣ ਪਿੱਛੇ ਜਿਹੜਾ ਧੱਕਿਆ ਆ ਉਹ ਜਾ ਰਿਹਾ ਆ। ਸੋ ਇਸ ਸਮੇਂ ਲੋੜ ਆ ਕਿ ਸ਼ਸਤਰ ਵਿਦਿਆ ਨੂੰ ਜਿਹੜਾ ਦੁਬਾਰਾ ਤੋਂ ਜਿਹੜਾ ਪ੍ਰਫੁੱਲਿਤ ਆ ਉਹ ਕੀਤਾ ਜਾਵੇ। ਜਿੱਥੇ ਜਿੱਥੇ ਵੀ ਗੁਰਦੁਆਰਾ ਸਾਹਿਬਾਨ ਹੋਣ, ਚਾਹੇ ਉਹ ਸ਼੍ਰੋਮਣੀ ਕਮੇਟੀ ਦੇ ਨਾਲ ਉੱਥੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੋਵੇ, ਚਾਹੇ ਦਮਦਮੀ ਟਕਸਾਲ ਦਾ, ਚਾਹੇ ਨਿਹੰਗ ਸਿੰਘਾਂ ਦਾ, ਚਾਹੇ ਕਿਸੇ ਹੋਰ ਸਿੰਘ ਸਭਾਵਾਂ ਗੁਰਦੁਆਰੇ ਹੋਣ, ਉੱਥੇ ਸਾਰਿਆਂ ਦੇ ਜਿਹੜੀਆਂ ਸ਼ਸਤਰ ਵਿਦਿਆ ਦੀਆਂ ਜਿਹੜੀਆਂ ਕਲਾਸਾਂ ਆ ਉਹ ਜ਼ਰੂਰ ਲੱਗਣੀਆਂ ਚਾਹੀਦੀਆਂ ਆ। ਇਸ ਦੇ ਨਾਲ ਨਾਲ ਹੀ ਜਿੱਥੇ ਜਿਹੜਾ ਗ੍ਰੰਥੀ ਸਿੰਘ ਆ ਉਹਦੀ ਤਨਖਾਹ ਵੀ ਚੰਗੀ ਹੋਣੀ ਚਾਹੀਦੀ ਆ। ਗ੍ਰੰਥੀ ਸਿੰਘ ਆਪ ਵੀ ਜਿਹੜਾ ਬਾਣੀ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਆ, ਅਤੇ ਉਹ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਵੀ ਕਰਾਵੇ, ਅਤੇ ਇਸ ਦੇ ਨਾਲ ਨਾਲ ਸ਼ਸਤਰ ਵਿਦਿਆ ਵੀ ਜਿਹੜੀ ਪ੍ਰਾਪਤ ਆ ਉਹ ਜ਼ਰੂਰ ਕਰਾਵੇ। ਅਤੇ ਜੇਕਰ ਗ੍ਰੰਥੀ ਸਿੰਘ ਨੂੰ ਸ਼ਸਤਰ ਵਿਦਿਆ ਨਹੀਂ ਆਉਂਦੀ ਤਾਂ ਸ਼ਸਤਰ ਵਿਦਿਆ ਦੇ ਬਹੁਤ ਸਾਰੇ ਜਿਹੜੇ ਉਸਤਾਦ ਆ ਉਹ ਮਿਲ ਜਾਂਦੇ ਆ। ਸੋ ਉਹਨਾਂ ਉਸਤਾਦਾਂ ਨੂੰ ਰੱਖ ਕਰਕੇ ਤੇ ਜਿਹੜੀ ਸ਼ਸਤਰ ਵਿਦਿਆ ਆ ਉਹ ਗੁਰਦੁਆਰਿਆਂ ਦੇ ਵਿੱਚ ਜਿਹੜੀ ਆ ਉਹ ਸ਼ੁਰੂ ਕਰਵਾਉਣੀ ਚਾਹੀਦੀ ਆ। ਭਾਵੇਂ ਕਿ ਪਿੱਛੇ ਜੇ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਬਿਆਨ ਵੀ ਆਇਆ ਸੀ, ਪਰ ਉਹਦੇ ਉੱਤੇ ਹੁਣ ਲੋੜ ਆ ਕਿ ਉਸ ਬਿਆਨ ਨੂੰ ਅਮਲੀ ਰੂਪ ਦੇ ਵਿੱਚ ਲਿਆਂਦਾ ਜਾਵੇ ਅਤੇ ਸ਼ਸਤਰ ਵਿਦਿਆ ਨੂੰ ਵੱਧ ਤੋਂ ਵੱਧ ਜਿਹੜਾ ਪ੍ਰਫੁੱਲਿਤ ਆ ਉਹ ਕੀਤਾ ਜਾਵੇ। ਅਤੇ ਜਿਹੜੀਆਂ ਸੰਸਥਾਵਾਂ ਇਹਦੇ ਉੱਤੇ ਕੰਮ ਕਰ ਰਹੀਆਂ ਆ, ਜਾਂ ਜਿਹੜੇ ਉਸਤਾਦ ਗੱਤਕਾ ਸਿਖਾ ਰਹੇ ਆ, ਸੋ ਉਹਨਾਂ ਦੀਆਂ ਜਿਹੜੀਆਂ ਲੋੜਾਂ ਆ ਉਹਨਾਂ ਨੂੰ ਵੀ ਪੂਰੀਆਂ ਕਰਨ ਦੀ ਜਿਹੜੀ ਆ ਉਹ ਲੋੜ ਆ। ਕਿ ਅਜੋਕੇ ਸਮੇਂ ਦੇ ਵਿੱਚ ਸਿੱਖ ਸ਼ਸਤਰ ਵਿਦਿਆ ਦਾ ਰੂਪ ਆਪ ਜੀ ਕਿਵੇਂ ਵੇਖਦੇ ਹੋ? ਕੀ ਉਸ ਬਾਰੇ ਚਾਨਣ ਪਾਉਂਗੇ ਆਪ ਜੀ? ਜਦੋਂ ਸਿੱਖ ਸ਼ਸਤਰ ਵਿਦਿਆ ਅਜੋਕੇ ਸਮੇਂ ਵਿੱਚ ਸੋਸ਼ਲ ਮੀਡੀਆ 'ਤੇ ਹਾਈਲਾਈਟ ਹੋਈ, ਜਦੋਂ ਸਟੇਜਾਂ 'ਤੇ ਆਈ, ਉਸ ਸਮੇਂ ਤੋਂ ਬਾਅਦ ਲੋਕਾਂ 'ਚ ਜਾਗਰਤੀ ਆਈ, ਸਿੱਖ ਕੌਮ ਦੇ ਵਿੱਚ ਵੀ ਜਾਗਰਤੀ ਆਈ ਵੀ ਸਿੱਖ ਕੌਮ ਦਾ ਬਹੁਤ ਅਹਿਮ ਅੰਗ ਹੈ, ਇਹਦੇ ਵੱਲ ਲੋਕਾਂ ਦਾ ਝੁਕਾਅ ਵਧਿਆ। ਤਾਂ ਉਸ ਸਮੇਂ ਤੋਂ ਬਾਅਦ ਸਿੱਖ ਸ਼ਸਤਰ ਵਿਦਿਆ ਦਾ ਬਹੁਤ ਵਿਸਥਾਰ ਹੋਇਆ। ਚਾਹੇ ਉਹ ਭਾਰਤ ਦੀ ਗੱਲ ਕਰੀਏ ਜਾਂ ਵਿਦੇਸ਼ਾਂ ਦੀ ਧਰਤੀ ਦੀ ਗੱਲ ਕਰੀਏ। ਵਿਦੇਸ਼ਾਂ ਦੀ ਧਰਤੀ ਜਿੱਥੇ ਸਿੱਖ ਵਸਦਾ, ਜਿੱਥੇ ਤੱਕ ਗੁਰੂ ਨਾਨਕ ਨਾਮ ਲਿਆ ਵਸਦਾ, ਜਿੱਥੇ ਇੱਥੇ ਗੁਰੂ ਘਰ ਨੇ, ਉੱਥੇ ਤਕਰੀਬਨ ਸਿੱਖ ਸ਼ਸਤਰ ਵਿਦਿਆ ਦਾ ਅਖਾੜੇ ਲਗਾਏ ਜਾਂਦੇ ਨੇ। ਅਤੇ ਹੁਣ ਪਿੱਛੇ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵੀ ਬਿਆਨ ਦਿੱਤਾ ਵੀ ਸਿੱਖ ਸ਼ਸਤਰ ਵਿਦਿਆ ਦਾ ਵਿਸਥਾਰ ਕੀਤਾ ਜਾਵੇ, ਅਤੇ ਬਹੁਤ ਜਲਦੀ ਆਸ ਹੈ ਵੀ ਸਿੰਘ ਸਾਹਿਬ ਜੀ ਦੇ ਬਿਆਨ ਦੇ ਆਧਾਰਿਤ SGPC ਆਪਣਾ ਸਿੱਖ ਕੌਮ ਦੇ ਇਤਿਹਾਸਕ ਅਦਾਰਿਆਂ ਵਿੱਚ ਸਿੱਖ ਸ਼ਸਤਰ ਵਿਦਿਆ ਅਖਾੜਿਆਂ ਨੂੰ ਜ਼ਰੂਰੀ ਕਰੇਗੀ। ਕਿਉਂਕਿ ਜਿੱਥੇ ਬਾਣੀ ਹੈ ਉੱਥੇ ਬਾਣਾ, ਜਿੱਥੇ ਸੰਤ ਹੈ ਉੱਥੇ ਸਿਪਾਹੀ ਹੈ, ਜਿੱਥੇ ਗਿਆਨ ਖੜਗਾ ਉੱਥੇ ਸਰਬਲੋਈ ਖੜਗ ਹੈ, ਜਿੱਥੇ ਭਗਤੀ ਉੱਥੇ ਸ਼ਕਤੀ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਸ਼ਸਤਰਧਾਰੀ ਹੋਣਾ, ਸ਼ਸਤਰ ਵਿਦਿਆ ਅਖਾੜੇ ਲੱਗਣੇ ਜ਼ਰੂਰੀ ਹੈ। ਆਖਰੀ ਮੈਂ ਬੇਨਤੀ ਕਰਦਾ, ਜੇ ਸਾਡੇ ਗੁਰੂ ਘਰ ਦੇ ਗ੍ਰੰਥੀ ਸਿੰਘ, ਸਾਡੇ ਗੁਰੂ ਘਰ ਦੇ ਸੇਵਾਦਾਰ, ਗੁਰੂ ਘਰ ਦੇ ਪ੍ਰਬੰਧਕ, ਗੁਰੂ ਘਰ ਦੀਆਂ ਕਮੇਟੀਆਂ ਸ਼ਸਤਰ ਵਿਦਿਆ ਜਾਣੂ ਹੋਣ, ਸ਼ਸਤਰਧਾਰੀ ਹੋਣ, ਅਤੇ ਜਿਹੜੀਆਂ ਬੇਅਦਬੀਆਂ ਦੀਆਂ ਘਟਨਾ ਵਾਪਰ ਰਹੀਆਂ, ਜਿਹੜਾ ਅਸੀਂ ਰੋਜ਼ ਰੋਸ ਮੁਜ਼ਾਹਰੇ ਕਰ ਰਹੇ ਹਾਂ, ਪਰੇਸ਼ਾਨ ਹੋ ਰਹੇ ਹਾਂ, ਉਹ ਅਸੀਂ ਕਦੇ ਵੀ ਨਹੀਂ ਹੋ ਸਕਦੇ। ਕਿਉਂਕਿ ਸ਼ਸਤਰ ਵਿਦਿਆ ਤਿਆਗਣ ਨਾਲ ਹੀ ਸਾਡੇ 'ਤੇ ਜਿਹੜੀਆਂ ਮੁਸ਼ਕਿਲਾਂ ਦਾ ਭਾਰੂ ਹੋਈਆਂ। ਕਿਉਂਕਿ ਜਿੰਨਾ ਤੁਸੀਂ ਚੁੱਪ ਕਰਕੇ ਬੈਠ ਜਾਓਗੇ ਤੁਹਾਡੇ ਨਾਲ ਉਨਾ ਹੀ ਜਾਤੀਆਂ ਹੋਣਗੀਆਂ। ਸੋ ਇਹ ਸ਼ਸਤਰ ਵਿਦਿਆ ਜ਼ਰੂਰੀ ਹੈ। ਸਮਾਂ ਮੰਗ ਕਰਦਾ ਹੈ ਕਿ ਅਸੀਂ ਆਪਣੇ ਇਤਿਹਾਸ ਨੂੰ ਸਾਂਭ ਕੇ ਰੱਖੀਏ, ਆਪਣੀ ਇਸ ਵਿਰਾਸਤੀ ਖੇਡ ਨੂੰ ਸਾਂਭ ਕੇ ਰੱਖੀਏ।